ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਪ੍ਰਤੀਨਿਧਾਂ ਨੂੰ ਲਿਆ ਕੇ ਆਪਣੇ ਮੰਚ ਤੇ ਗੱਲਬਾਤ ਕਰਦੇ ਹਾਂ ਤਾਂ ਕਿ ਲੋਕਾਂ ਦੀ ਗੱਲ ਕੀਤੀ ਜਾਵੇ, ਦੁੱਖ ਤਕਲੀਫਾਂ ਦੀ ਗੱਲ ਕੀਤੀ ਜਾਵੇ, ਉਹਨਾਂ ਦੇ ਸਮਾਧਾਨ ਦੀ ਗੱਲ ਕੀਤੀ ਜਾਵੇ। ਅੱਜ ਅਸੀਂ ਇੱਕ ਅਲੱਗ ਤਰ੍ਹਾਂ ਦਾ ਉਪਰਾਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਜਿਹੜੇ ਆ ਜੋਤਸ਼ੀ ਅਸੀਂ ਕਹਿ ਸਕਦੇ ਹਾਂ, ਪਾਮਿਸਟ ਕਹਿ ਸਕਦੇ ਹਾਂ, ਹੱਥ ਦੇਖਣ ਵਾਲੇ ਪੰਜਾਬੀ 'ਚ ਕਈ ਤਰ੍ਹਾਂ ਦੇ ਇਹਨਾਂ ਸੱਜਣਾਂ ਨੂੰ ਨਾਂ ਦਿੱਤੇ ਜਾਂਦੇ ਆ ਜਿਹੜੇ ਜੋਤਿਸ਼ ਨੂੰ ਜਾਣਦੇ। ਕੁੱਲ ਮਿਲਾ ਕੇ ਜੋਤਿਸ਼ ਦੀ ਗੱਲ ਕਰੀਏ, ਜੋਤਿਸ਼ ਨੂੰ ਜਾਣਦੇ ਆ, ਉਹਨਾਂ ਨੂੰ ਵੱਖ-ਵੱਖ ਉਪਾਧੀਆਂ ਦੇ ਨਾਲ, ਵੱਖ-ਵੱਖ ਨਾਮਾਂ ਦੇ ਨਾਲ ਜਾਣਿਆ ਜਾਂਦਾ। ਅੱਜ ਅਸੀਂ ਉਪਰਾਲਾ ਕਰ ਰਹੇ ਹਾਂ ਇਸ ਮੰਚ ਤੋਂ ਜਿਹੜੇ ਜੋਤਿਸ਼ ਦੇ ਜਾਣਕਾਰ ਨੇ ਔਰ ਉਹ ਜੋਤਿਸ਼ ਨੂੰ ਉਹਨਾਂ ਦੀ ਉਪਾਧੀ ਕੀ ਆ, ਉਹਨਾਂ ਨੂੰ ਕਿਹਾ ਉਹ ਅਸੀਂ ਉਹਨਾਂ ਦੇ ਮੂੰਹੋਂ ਸੁਣਾਂਗੇ। ਸੋ ਅਸੀਂ ਅੱਜ ਗੱਲ ਕਰਾਂਗੇ ਐਚ.ਕੇ. ਗੁਮੇਰ ਜੀ ਦੇ ਨਾਲ। ਪੰਡਿਤ ਐਚ.ਕੇ. ਗੁਮੇਰ ਜੀ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਨੇ, ਉੱਥੇ ਆਪਣਾ ਜਿਹੜਾ ਇਹਨਾਂ ਦੇ ਨਾਲ ਜੋਤਿਸ਼ ਦੇ ਨਾਲ ਲੋਕਾਂ ਦੇ ਨਾਲ ਜਿਹੜਾ ਕਰਮਕਾਂਡ ਦੀ ਕੋਈ ਗੱਲ ਕਰਦੇ ਆ, ਜੋ ਵੀ ਇਹ ਕਿਸੇ ਤਰ੍ਹਾਂ ਦੀ ਇਹ ਲੋਕਾਂ ਦੇ ਨਾਲ ਜੋਤਿਸ਼ ਰਾਹੀਂ ਸੇਵਾ ਕਰਦੇ ਆ ਜਾਂ ਕਿਸ ਤਰ੍ਹਾਂ, ਉਹ ਆਪਾਂ ਇਹਨਾਂ ਦੇ ਨਾਲ ਅੱਜ ਗੱਲ ਕਰਾਂਗੇ ਵੀ ਇਹ ਜੋਤਿਸ਼ ਕੀ ਹੈ, ਕਿਸ ਤਰ੍ਹਾਂ ਹੁੰਦਾ ਹੈ ਅਤੇ ਇਹਦੇ ਵਿੱਚ ਮੈਥੇਮੈਟਿਕਸ ਆ ਜਾਂ ਮੈਥ ਦੇ ਹਿਸਾਬ ਨਾਲ ਜਾਂ ਕਿਸ ਤਰ੍ਹਾਂ ਲੋਕਾਂ ਦੀ ਸਮਾਧਾਨ ਮੁਸ਼ਕਲਾਂ ਦਾ ਕਰਦੇ ਆ। ਸੋ ਐਚ.ਕੇ. ਗੁਮੇਰ ਪੰਡਿਤ ਜੀ। ਠੀਕ ਹੈ, ਸਭ ਤੋਂ ਪਹਿਲਾਂ ਮੈਂ ਸਾਰੇ ਪਰਿਵਾਰ ਦਾ ਸਤਿਕਾਰ ਕਰਦਾ ਅਤੇ ਦਲਜੀਤ ਸਿੰਘ ਜਨੋਆ ਜੀ ਤੁਹਾਡਾ ਬਹੁਤ ਜ਼ਿਆਦਾ ਜਿਹੜੇ ਕਿ ਮੈਨੂੰ ਆਪਣੇ ਮਤਲਬ ਜਿਹੜੇ ਮੇਰਾ ਗਿਆਨ ਹੈ 30 ਸਾਲਾਂ ਦਾ ਮੇਰਾ ਐਕਸਪੀਰੀਅੰਸ ਹੈ ਲੋਕਾਂ 'ਚ ਲਿਆਉਣ ਦਾ ਤੁਸੀਂ ਮੈਨੂੰ ਮੌਕਾ ਦੇ ਰਹੇ ਆ ਜੀ, ਬਹੁਤ ਬਹੁਤ ਧੰਨਵਾਦ ਜੀ। ਪੰਡਿਤ ਜੀ ਅਸੀਂ ਗੱਲ ਕਰੀਏ ਇਸ ਵਿਸ਼ੇ ਤੋਂ ਅਲੱਗ ਵਿਸ਼ਾ ਹੈ ਕਿਉਂਕਿ ਹਰ ਚੈਨਲ 'ਤੇ ਆਪਣਾ ਆ, ਇਹਦੇ ਵਿੱਚ ਲੋਕ ਆਮ ਤੌਰ 'ਤੇ ਜਿਹੜੇ ਮੌਜੂਦਾ ਸਮੇਂ ਦੌਰਾਨ ਵੱਖ-ਵੱਖ ਬਿਮਾਰੀਆਂ ਤੋਂ ਗ੍ਰਸਤ ਹੈ, ਵੱਖ-ਵੱਖ ਘਰੇਲੂ ਕਲੇਸ਼ਾਂ ਤੋਂ ਗ੍ਰਸਤ ਹੈ, ਉਹ ਜ਼ਿਆਦਾਤਰ ਦਵਾਈ ਦਾਰੂ ਤੋਂ ਬਾਅਦ ਜਿਹੜਾ ਡੇਰਿਆਂ 'ਤੇ ਹੋਰ ਲੋਕਾਂ ਦੇ ਸੰਤਾਂ ਮਹਾਂਪੁਰਸ਼ਾਂ ਕੋਲ ਜਾਂਦੇ ਉਹਦੇ ਸਮਾਧਾਨ ਲਈ। ਔਰ ਬਹੁਤ ਸਾਰੇ ਲੋਕ ਜਿਹੜੇ ਜੋਤਿਸ਼ 'ਤੇ ਯਕੀਨ ਰੱਖਦੇ ਆ ਤਾਂ ਕਿ ਉਹਨਾਂ ਦੀ ਕਿਸੇ ਵੀ ਤਰ੍ਹਾਂ ਦਾ ਮੁਸ਼ਕਲ ਦਾ ਸਮਾਧਾਨ ਹੋ ਸਕੇ। ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਜੋਤਿਸ਼ ਵਿੱਦਿਆ ਜਾਂ ਜੋਤਿਸ਼ ਹੈ ਕੀ? ਦੇਖੋ, ਜੋਤਿਸ਼ ਜਿਹੜਾ ਭਾਰਤੀ ਕੁੰਡਲੀ ਜਿਹੜਾ ਵਿਗਿਆਨ ਹੈ, ਇਹ 12 ਰਾਸ਼ੀਆਂ ਹੁੰਦੀਆਂ, 27 ਨਕਸ਼ਤਰ ਹੁੰਦੇ ਆ ਅਤੇ ਉਹਦੇ ਵਿੱਚ ਜਦੋਂ ਬੱਚਾ ਜਨਮ ਲੈਂਦਾ ਹੈਗਾ ਅਤੇ ਉਹ ਦੇਖ ਲਓ ਗਰਭ ਧਾਰਨ ਕਰਦਾ, ਅਤੇ ਪਹਿਲਾਂ ਜਿਹੜੇ ਜੋਤਸ਼ੀ ਸੀਗੇ ਅੱਜ ਤੋਂ ਲਾ ਲਓ 100 ਸਾਲ 150 ਸਾਲ ਪਹਿਲਾਂ, ਅਤੇ ਉਹ ਗਰਭ ਧਾਰਨ ਤੱਕ ਵੀ ਕੁੰਡਲੀ ਬਣਾ ਦਿੰਦੇ ਸੀਗੇ। ਅੱਜ ਕੱਲ੍ਹ ਇਹ ਵਿੱਦਿਆ ਦਾ ਪਤਨ ਹੋ ਰਿਹਾ ਹੈ। ਮੈਂ ਵੀ ਇਸ 'ਤੇ ਕਾਫੀ ਹੱਦ ਤੱਕ ਮਤਲਬ ਇੱਕ ਤਰ੍ਹਾਂ ਦਾ ਸ਼ੋਧ ਕਰ ਰਿਹਾ ਹੈਗਾ ਕਿਉਂਕਿ ਮੈਂ ਬੇਸਿਕਲੀ ਨਿਊਮਰੋਲੋਜਿਸਟ ਹੈ ਅਤੇ ਮੈਨੂੰ ਇਹਦੇ 'ਚ ਕਾਫੀ ਹੱਦ ਤੱਕ ਮੈਂ ਕਹਿ ਸਕਦਾ 30 ਸਾਲ ਦਾ ਐਕਸਪੀਰੀਅੰਸ ਕਰਕੇ ਨੌਲੇਜ ਹੈਗੀ ਹੈ। ਤਾਂ ਮੈਂ ਇਹਦੇ 'ਤੇ ਇੱਕ ਤਰ੍ਹਾਂ ਦਾ ਇਹਦੇ 'ਤੇ ਸ਼ੋਧ ਕਰ ਰਿਹਾ, ਮਤਲਬ ਇਹ ਕਹਿ ਲਓ ਇੱਕ ਤਰ੍ਹਾਂ ਦਾ ਆਪਣਾ ਰੋਲ ਅਦਾ ਕਰਦੀ ਹੈ। ਅਤੇ ਮੈਂ ਇਸ ਚੀਜ਼ ਨੂੰ ਸਮਝਿਆ, ਦੇਖੋ ਭਵਿੱਖ ਕੋਈ ਦੇਖ ਨਹੀਂ ਸਕਦਾ, ਮੈਨੂੰ 30 ਸਾਲ ਹੋ ਗਏ ਆ, ਇਹ ਸੱਚ ਮੈਂ ਬੋਲਦਾ। ਭਵਿੱਖ ਆਪਾਂ ਮਹਿਸੂਸ ਕਰ ਲੈਂਦੇ ਆ, ਪਰਮਾਤਮਾ ਨੇ ਸਾਨੂੰ ਕੁਛ ਇਹ ਸਮਝ ਦਿੱਤੀ ਵਿੱਦਿਆ ਦੇ ਥਰੂ, ਅਤੇ ਆਪਾਂ ਉਹ ਜਿਹੜੀ ਸਾਨੂੰ ਚੀਜ਼ ਨੂੰ ਮਹਿਸੂਸ ਕਰਦੇ ਆ ਕਿ ਫਿਊਚਰ 'ਚ ਆਹ ਬੰਦੇ ਦੀ ਇੱਦਾਂ ਦੀ ਮੈਂਟੈਲਿਟੀ ਹੈ ਜਾਂ ਕੋਈ ਡੇਟ ਆਫ ਬਰਥ ਨਾਮ ਦੇ ਹਿਸਾਬ ਨਾਲ ਜਿੱਦਾਂ ਨਿਊਮਰੋਲੋਜੀ 'ਚ ਦੇਖਿਆ ਜਾਂਦਾ, ਅਤੇ ਉਹ ਫਿਰ ਦੱਸ ਦੇਈਦਾ ਕਿ ਫਿਊਚਰ 'ਚ ਇੱਦਾਂ ਹੋ ਸਕਦਾ, ਵਰਤਮਾਨ ਆ ਚੱਲ ਰਿਹਾ, ਪਾਸਟ ਵਿੱਚ ਕੀ ਹੋ ਚੁੱਕਾ। ਲੋਕ ਬਹੁਤ ਹੈਰਾਨ ਹੁੰਦੇ, ਵਰਤਮਾਨ ਤੁਸੀਂ ਕਿੱਦਾਂ ਦੱਸਤਾ, ਮੇਰਾ ਕਿੱਦਾਂ ਦਾ ਹੈ, ਪਾਸਟ 'ਚ ਕੀ ਹੋ ਚੁੱਕਾ, ਜਾਂ ਫਿਊਚਰ 'ਚ ਫਿਰ ਕੁਐਸਚਨ ਮਾਰਕ ਲੱਗ ਜਾਂਦਾ ਕਿਉਂਕਿ ਕੋਈ ਵੀ ਚੀਜ਼ ਇਹ ਆਪਾਂ ਵਿਜ਼ੀਬਲ ਨਹੀਂ ਕਰ ਸਕਦੇ ਕਿਉਂਕਿ ਆਪਾਂ ਚੀਜ਼ ਨੂੰ ਮਹਿਸੂਸ ਕਰਦੇ ਆ ਉਹ ਨੰਬਰਾਂ ਦੇ ਰਾਹੀਂ, ਗ੍ਰਹਿਾਂ ਦੇ ਰਾਹੀਂ। ਉਸ ਤੋਂ ਬਾਅਦ ਆਪਾਂ ਕੀ ਕਰਦੇ ਆ, ਉਸ ਨੂੰ ਅਸੀਂ ਲੋਕਾਂ 'ਚ ਦੱਸ ਦੇਈਦਾ, ਅਤੇ ਬਾਕੀ ਦੇਖੋ ਲੋਕੀ ਜੁੜਦੇ ਆ। ਮੈਂ ਤਾਂ ਕਹਿਣਾ ਮੈਂ 100% ਸੱਚ ਦੱਸਦਾ, ਬਾਕੀ ਜਦੋਂ ਵੀ ਮੈਂ ਕਿਸੇ ਵੀ ਚੈਨਲ 'ਤੇ ਲਾਈਵ ਹੁੰਦਾ ਤਾਂ ਮੈਨੂੰ ਅੱਜ ਤੱਕ ਕਿਸੇ ਨੇ ਵੀ ਨੈਗੇਟਿਵ ਰਿਸਪੌਂਸ ਨਹੀਂ ਦਿੱਤਾ। ਪੰਡਿਤ ਐਚ.ਕੇ. ਗੁਮੇਰ ਜੀ, ਜਿਵੇਂ ਤੁਸੀਂ ਜੋਤਿਸ਼ ਬਾਰੇ ਦੱਸਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਹਸਤ ਰੇਖਾ ਦੀ ਗੱਲ ਚੱਲਦੀ ਆ, ਕੋਈ ਫੇਸ ਰੀਡਿੰਗ ਦੀ ਗੱਲ ਚੱਲਦੀ ਆ, ਜਿਵੇਂ ਮੇਰਾ ਸਵਾਲ ਸੀਗਾ ਵੀ ਜੋਤਿਸ਼ ਕੀ ਆ। ਬਹੁਤ ਸਾਰੇ ਲੋਕ ਜਿਹੜੇ ਪੰਡਿਤ ਆ ਜਾਂ ਹੋਰ ਜਿਹੜੇ ਵਿੱਦਿਆਵਾਨ ਆ ਜਿਨ੍ਹਾਂ ਨੇ PhD ਜਾਂ ਹੋਰ ਇਹਨਾਂ 'ਤੇ ਪੜ੍ਹਾਈ ਕੀਤੀ ਹੈ, ਉਹ ਕਈ ਤਰ੍ਹਾਂ ਦੀਆਂ ਲੋਕਾਂ ਦੇ ਨਾਲ ਗੱਲਾਂ ਕਰਦੇ ਆ, ਚਾਹੇ ਬੇਸ਼ੱਕ ਜੋਤਿਸ਼ ਨਾਲ ਭ੍ਰਮਿਤ ਕਰਦੇ। ਤੁਸੀਂ ਬਹੁਤ ਵਿਸਤਾਰ ਦੇ ਨਾਲ ਦੱਸਿਆ ਵੀ ਤੁਸੀਂ ਇਹੋ ਜਿਹੀ ਕਿਸੇ ਗੱਲ ਦੇ ਵਿੱਚ ਲੋਕਾਂ ਨੂੰ ਨਹੀਂ ਭ੍ਰਮਿਤ ਕਰਦੇ ਵੀ ਜੋ ਕੋਈ ਕਿਸੇ ਤਰ੍ਹਾਂ ਦਾ, ਉਹਨਾਂ ਨੂੰ ਜੋਤਿਸ਼ ਨੂੰ ਬਿਲਕੁਲ ਕਲੀਅਰ ਕਰਦੇ ਹੋ ਅਤੇ ਲੋਕਾਂ ਨੂੰ ਜਿਹੜਾ ਭੁਲੇਖਿਆਂ 'ਚ ਨਹੀਂ ਪਾਉਂਦੇ। ਪਰ ਅਸੀਂ ਜੇ ਗੱਲ ਕਰੀਏ ਜਿਹੜੀ ਹਸਤ ਰੇਖਾ ਆ ਜਾਂ ਮਸਤਕ ਰੇਖਾ ਹੈ ਜਾਂ ਫੇਸ ਰੀਡਿੰਗ ਹੈ, ਇਹ ਕਿਆ ਚੀਜ਼ ਹੈ? ਦੇਖੋ, ਜਿਹੜੀ ਹਸਤ ਰੇਖਾ ਹੈ ਉਹ ਮਤਲਬ ਇੱਕ ਤਰ੍ਹਾਂ ਦਾ ਮੈਂ ਇੱਥੋਂ ਦੱਸ ਸਕਦਾ ਕਿ ਸਾਡਾ ਸਭ ਤੋਂ ਪਹਿਲਾਂ ਮਿਸ਼ਰਤ ਹੱਥ ਹੁੰਦਾ ਜਿਹਨੂੰ ਆਪਾਂ ਮਿਕਸ ਹੈਂਡ ਕਹਿੰਦੇ, ਕਿਸੇ ਦਾ ਨੁਕੀਲਾ ਹੱਥ ਹੁੰਦਾ ਹੈ ਅਤੇ ਕਈਆਂ ਦੇ ਮਤਲਬ ਕਹਿ ਲਓ ਕਿ ਭੱਦਾ ਹੱਥ ਹੁੰਦਾ। ਇਹ ਤਾਂ ਹੋ ਗਈ ਪੋਮਿਸਟਰੀ। ਜਿੱਦਾਂ ਹੁਣ ਮੰਨ ਲਓ ਜੇ ਮਿਸ਼ਰਤ ਹੱਥ ਹੋਵੇ ਤਾਂ ਉਹਨੂੰ ਵਧੀਆ ਹੱਥ ਮੰਨਿਆ ਜਾਂਦਾ, ਔਰ ਬੜੇ ਸਿੰਪਲ ਜਿਹਾ ਵੇ ਹੈ ਜਿੱਦਾਂ ਤੁਸੀਂ ਕੀਤਾ, ਤੁਸੀਂ ਵੀ ਜੋਤਸ਼ੀ ਬਣ ਸਕਦੇ ਜਿਹੜੇ ਸੁਣ ਵੀ ਰਹੇ ਆ। ਜਿੰਨੀ ਪਬਲਿਕ ਕਿਸੇ ਵੀ ਹੱਥ 'ਤੇ ਲਾਲਗੀ ਹੋਵੇ, ਰੈਡਿਸ਼ ਹੋਵੇ, ਉਹ ਬੰਦਾ ਖੁਸ਼ਹਾਲ ਹੁੰਦਾ, ਵਧੀਆ ਸੋਚ ਦਾ ਮਾਲਕ ਹੁੰਦਾ। ਜਿਹਦੀਆਂ ਲਾਈਨਾਂ ਚੌੜੀਆਂ ਗੂੜੀਆਂ ਕਾਲੀਆਂ ਹੁੰਦੀਆਂ ਉਹ ਵੀ ਬੰਦਾ ਬੜਾ ਮਤਲਬ ਅਗਰੈਸਿਵ ਹੁੰਦਾ, ਟੈਨਸ਼ਨ 'ਚ ਰਹਿੰਦਾ, ਲਾਈਫ ਉੱਤਲ ਪੁੱਤਰ ਰਹਿੰਦੀ ਹੈ। ਉਸ ਤੋਂ ਬਾਅਦ ਅੰਗੂਠਾ ਬੜਾ ਇੱਕ ਵੱਡਾ ਰੋਲ ਪਲੇਅ ਕਰਦਾ
ਜਿਹਦਾ ਮੇਰਾ ਅੰਗੂਠਾ ਹੈਗਾ 90 ਡਿਗਰੀ ਐਂਗਲ ਤੇ ਹੈ। ਜਿਹੜੇ ਜੋਸ਼ੀ ਇਹ ਚੀਜ਼ ਨੂੰ ਜਾਣਦੇ, ਪਮਿਸਟਰ ਜਾਣਦੇ ਆ, 90 ਡਿਗਰੀ ਜਿਹੜਾ ਐਂਗਲ ਵਾਲਾ ਜਿਹੜਾ ਕੋਈ ਵੀ ਬੰਦਾ ਹੋਵੇ, ਉਹ ਬੰਦਾ ਬੜਾ ਆਪਣਾ ਡੋਮੀਨੇਸ਼ਨ ਪਾਵਰ ਦਾ ਹੁੰਦਾ, ਚੰਗੀ ਸੋਚ ਦਾ ਮਾਲਕ ਹੁੰਦਾ, ਦੇਵਗੁਣ ਹੁੰਦੇ, ਮਾਤਰ ਪਿੱਤਰ ਭਗਤ ਹੁੰਦਾ। ਇਹ ਸਿੰਪਲ ਗੱਲਾਂ ਹਰੇਕ ਬੰਦੇ ਦੇ ਅਪਲਾਈ ਹੁੰਦੀਆਂ, ਪਰ ਦੇਖਣ ਦਾ ਇੱਕ ਮਤਲਬ ਨਜ਼ਰੀਆ। ਉਸ ਤੋਂ ਬਾਅਦ ਮਾਊਂਟਸ ਹੁੰਦੇ, ਜਿੱਦਾਂ ਜੁਪੀਟਰ ਹੋ ਗਿਆ ਗੁਰੂ ਦਾ ਹੋ ਗਿਆ, ਆ ਹੋ ਗਿਆ ਸੈਟਰਨ ਹੋ ਗਿਆ ਸ਼ਨੀ ਦਾ, ਸੂਰਜ ਦਾ ਹੋ ਗਿਆ। ਇਹ ਮਾਊਂਟਸ ਜਿੰਨੇ ਉੱਭਰੇ ਆ, ਬਹੁਤ ਜ਼ਿਆਦਾ ਉੱਭਰੇ ਤਾਂ ਵੀ ਨੈਗੇਟਿਵ ਹੈ, ਜਾਂ ਬਹੁਤ ਜ਼ਿਆਦਾ ਵਿੱਚ ਦੱਬੇ ਹੋਏ ਆ ਤਾਂ ਵੀ ਨੈਗੇਟਿਵ ਹੈ। ਇਹਦੇ ਫਿਰ ਲਾਈਨਾਂ ਕਿੱਦਾਂ ਕ੍ਰੋਸ ਹੈ, ਕਿੱਥੇ ਕ੍ਰੋਸ ਚੰਗਾ ਹੁੰਦਾ, ਜਿੱਦਾਂ ਮੰਨ ਲਓ ਜੁਪੀਟਰ ਮਾਊਂਟ ਤੇ ਜੇ ਕ੍ਰੋਸ ਹੋਵੇ ਤਾਂ ਬੰਦਾ ਤਰੱਕੀ ਬਹੁਤ ਕਰੂੰਗਾ, ਉਹਦੇ ਤੇ ਗੁਰੂ ਕਿਰਪਾ ਹੁੰਦੀ। ਜੇ ਇਹੀ ਕ੍ਰੋਸ ਮੰਨ ਲਓ ਜੇ ਸ਼ਨੀ ਤੇ ਆ ਗਿਆ ਤੇ ਉੱਥੇ ਬੰਦੇ ਨੂੰ ਸ਼ਨੀ ਦੀ ਨੈਗੇਟਿਵਿਟੀ, ਜਿਹਨੂੰ ਆਪਾਂ ਢਈਆ ਦੇ ਸਾੜਸਤੀ ਭਾਰਤੀ ਜੋਤਿਸ਼ ਕੁੰਡਲੀ ਮੁਤਾਬਕ ਕਹਿੰਦੇ, ਬੜੀ ਡੀਪ ਸਾਇੰਸ ਹੈ, ਸਿੰਪਲੀ ਨਹੀਂ ਹੈਗੀ। ਮੈਂ ਤਾਂ ਆਪਣੀ 30 ਸਾਲ ਦਾ ਐਕਸਪੀਰੀਅੰਸ ਇੱਕ ਛੋਟੇ ਸ਼ਬਦਾਂ ਤੁਹਾਨੂੰ ਦੱਸ ਸਕਦਾ। ਜੇ ਜ਼ਿਆਦਾ ਲੰਬੀ ਗੱਲ ਕਰੀਏ ਤਾਂ ਬਹੁਤ ਲੰਬੀ ਗੱਲ ਚੱਲ ਜਾਣੀ। ਬਾਕੀ ਜਿਹੜੇ ਫੇਸ ਰੀਡਿੰਗ ਹੈ, ਫੇਸ ਤੇ ਜਿਹੜਾ ਚਮਕ ਹੋਊਗੀ, ਸਭ ਤੋਂ ਸੌਖੀ ਗੱਲ ਹੈ। ਮੱਥਾ ਨਹੀਂ ਦੇਖੋ ਬਾਹਰ ਨੂੰ ਅੰਦਰ ਨੂੰ, ਇਹ ਵੀ ਛੱਡੋ, ਅੱਖਾਂ ਅੰਦਰ ਨੂੰ ਬਾਹਰ ਨੂੰ। ਜਿਹਦੇ ਫੇਸ ਤੇ ਚਮਕ ਹੋਊਗੀ, ਗਲੋ ਹੋਊਗਾ, ਉਹ ਕਾਲਾ ਬੰਦਾ ਨਿਗਰੋ ਵੀ ਹੋ ਸਕਦਾ। ਤੇ ਉਹਦੇ ਤੇ ਕੀ ਆ, ਪ੍ਰਮਾਤਮਾ ਦੀ ਦੇਣ ਹੁੰਦੀ। ਔਰ ਸਭ ਤੋਂ ਵੱਡੀ ਗੱਲ ਪੋਜ਼ਿਟਿਵ એનર્ਜੀ ਦਾ ਹੁੰਦਾ। ਫੇਸ ਰੀਡਿੰਗ ਦਾ ਇੱਕ ਬੜਾ ਸਿੰਪਲ ਜਿਹਾ ਫਾਰਮੂਲਾ। ਪੰਡਿਤ ਐਚ.ਕੇ. ਗਮੇਰ ਜੀ, ਤੁਸੀਂ ਸਾਨੂੰ ਜੋਤਿਸ਼ ਵਿਦਿਆ ਹਸਤ ਫੇਸ ਰੀਡਿੰਗ ਬਾਰੇ ਦੱਸਿਆ, ਤੇ ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕ ਦੱਸਦੇ ਆ ਵੀ ਅਸੀਂ ਪਿਛਲੇ ਜਨਮ 'ਚ ਲੈ ਜਾਂਦੇ ਹਾਂ, ਅਸੀਂ ਉੱਥੇ ਦੱਸ ਦਿੰਦੇ ਹਾਂ, ਜਾਂ ਉਹਦੇ ਵਿੱਚ ਉਹਨੂੰ ਪਿਛੋਕੜ ਦੱਸ ਦਿੰਦੇ ਹਾਂ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਕੀ ਇਹਦੇ ਵਿੱਚ ਅਸੀਂ ਸੱਚਾਈ ਦੇਖੋ, ਵਿਦਿਆ ਆਪਣੇ ਆਪ 'ਚ ਇੱਕ ਬਹੁਤ ਵੱਡੀ ਮਹਾਰਤ ਹੈ। ਇੱਥੇ ਮਤਲਬ ਜਿਹੜਾ ਇੰਡੀਆ ਸਾਡਾ ਵਾਕਈ ਚਮਤਕਾਰਾਂ ਦਾ ਦੇਸ਼ ਹੈ। ਦੇਖੋ ਮੈਂ ਤਾਂ ਇਸ ਲਾਈਨ 'ਚ ਹੈ ਨਹੀਂ, ਨਾ ਹੀ ਮੈਨੂੰ ਇਸ ਬਾਰੇ ਨੌਲੇਜ ਹੈ, ਇਸ 'ਤੇ ਮੈਂ ਕੋਈ ਟਿੱਕਾ ਟਿੱਪਣੀ ਨਹੀਂ ਕਰ ਸਕਦਾ। ਪਰ ਫਿਰ ਵੀ ਜਿਹੜੀ ਜਨਮ ਕੁੰਡਲੀ ਹੈ, ਜਨਮ ਕੁੰਡਲੀ ਦਾ ਮਤਲਬ ਅਸੀਂ ਪਿਛਲੇ ਜਨਮ 'ਚ ਕੀ ਕੀਤਾ, ਉਹ ਕੁੰਡਲੀ ਜਨਮ ਕੁੰਡਲੀ ਕਹਿੰਦੇ। ਉਹਦੇ ਹਿਸਾਬ ਨਾਲ ਗ੍ਰਹਿ ਬੈਠਦੇ, ਇੱਕ ਸੌਖੀ ਜਿਹੀ ਐਗਜ਼ਾਮਪਲ ਲੈਂਦੇ, ਸੂਰਜ ਨਾਲ ਰਾਹੂ ਜਾਂ ਕੇਤੂ ਬਣ ਜਾਂ ਪਿੱਤਰ ਦੋਸ਼ ਕਹਿੰਦੇ। ਹੁਣ ਮੋਸਟਲੀ ਸਾਰੇ ਹੀ ਵਿਦਵਾਨ ਕਹਿੰਦੇ ਕਿ ਪਿੱਤਰ ਦੋਸ਼ ਕਿਸੇ ਨੂੰ ਲੱਗ ਜਾਂਦਾ, ਤੇ ਪਿੱਤਰ ਦੋਸ਼ ਨੂੰ ਖਤਮ ਕਿੱਦਾਂ ਕਰੀਏ। ਹੁਣ ਪਿੱਤਰ ਦੋਸ਼ ਨੂੰ ਖਤਮ ਕਰਨ ਲਈ ਜਿਹੜਾ ਇਹਦਾ ਲੌਜਿਕ ਕੀ ਹੈ, ਪਿੱਤਰ ਦੋਸ਼ ਤਾਂ ਲੱਗਦਾ ਕਿ ਮਾਂ ਬਾਪ ਦੀ ਜਾਂ ਪਿੱਤਰਾਂ ਦੀ ਆਪਾਂ ਇੱਜ਼ਤ ਨਹੀਂ ਕੀਤੀ ਪਿਛਲੇ ਜਨਮ, ਜਿਹਦੇ ਕਰਕੇ ਸਾਡੇ ਨਾਲ ਸੂਰਜ ਨਾਲ ਰਾਹੂ ਤੇ ਕੇਤੂ ਬਣ ਗਿਆ, ਤਾਂ ਕਰਕੇ ਪਿੱਤਰ ਦੋਸ਼ ਲੱਗ ਗਿਆ। ਹੁਣ ਮੰਨ ਲਓ ਕੋਈ ਵੀ ਬੰਦਾ ਪਿੱਤਰ ਦੋਸ਼ ਨੂੰ ਦੂਸਰੇ ਦਾ, ਮੇਰੇ ਹਿਸਾਬ ਨਾਲ ਜੇ ਖਤਮ ਕਰਨ ਲਈ ਉਹਦੇ ਲਈ ਬਹੁਤ ਵੱਡਾ ਯੱਗ ਕਰਨਾ ਪੈਂਦਾ, ਟਾਈਮ ਬਹੁਤ ਲੱਗਦਾ। ਉਸ ਤੋਂ ਬਾਅਦ ਜਿਹੜੇ ਬੰਦੇ ਦਾ ਕਰਨਾ ਉਹ ਖੁਦ ਵੀ ਜਾਪ ਕਰੇ ਔਰ ਬਜ਼ੁਰਗਾਂ ਦੀ ਸੇਵਾ ਕਰੇ, ਤਾਂ ਹੀ ਪਿੱਤਰ ਦੋਸ਼ ਦਾ ਖਤਮ ਹੁੰਦਾ। ਤੁਸੀਂ ਜਿਹੜੀ ਮੈਨੂੰ ਕੁਐਸਚਨ ਕੀਤਾ ਉਹ ਹੈਗਾ ਕਿ ਇੱਕ ਪਿਛਲੇ ਜਨਮ ਦੀ ਲਿਜਾਣ ਦੀ। ਦੇਖੋ ਪਿਛਲਾ ਜਨਮ ਮੈਂ ਨਹੀਂ ਕਹਿੰਦਾ, ਭਾਰਤੀ ਸੰਸਕ੍ਰਿਤੀ ਤਾਂ ਕਹਿੰਦੀ ਹੈ, ਈਵਨ ਮਤਲਬ ਅੰਗਰੇਜ਼ ਲੋਕ ਵੀ ਕਹਿੰਦੇ ਪਿਛਲਾ ਜਨਮ ਹੁੰਦਾ। ਕਈ ਬੱਚੇ ਮਤਲਬ ਇੰਡੀਆ ਦੇ ਉੱਤੇ ਜਰਮਨ 'ਚ ਪੈਦਾ, ਜਰਮਨ ਦੇ ਇੰਡੀਆ 'ਚ ਪੈਦਾ ਹੁੰਦੇ, ਪਿਛਲੀ ਬੋਲੀ ਬੋਲਦੇ ਆ, ਜਿੱਦਾਂ ਕਹਿ ਲਓ ਕਿ ਸਾਡੀ ਲੈਂਗੁਏਜ ਬੋਲਦੇ ਆ, ਜਿੱਦਾਂ ਜਰਮਨ ਦੀ ਡੱਚ ਬੋਲਦੇ, ਛੋਟੇ 6 ਸਾਲ ਦੇ। ਤੁਸੀਂ ਵੀ ਪੱਤਰਕਾਰ ਹੈ, ਤੁਹਾਨੂੰ ਇਸ ਚੀਜ਼ ਦਾ ਹੈਗਾ। ਦੇਖੋ ਪਿਛਲਾ ਜਨਮ ਤਾਂ ਹੈ, ਪਰ ਪਿਛਲੇ ਜਨਮ 'ਚ ਲੈ ਜਾਂਦੇ। ਮੈਨੂੰ ਇੱਦਾਂ ਦੀ ਕੋਈ ਵਿਦਿਆ ਨਹੀਂ ਦੀ, ਮੈਨੂੰ ਆਉਂਦੀ ਨਮਰੋਲੋਜੀ, ਐਸਟਰੋਲੋਜੀ, ਭਾਰਤੀ ਕੁੰਡਲੀ ਵਿਗਿਆਨ, ਤੇ ਤੀਸਰਾ ਪਮਿਸਟਰੀ। ਇਸ ਚੀਜ਼ ਦਾ ਨਮਰੋਲੋਜੀ ਇੱਕ ਬਹੁਤ ਸਾਇੰਟੀਫਿਕਲੀ ਵਿਦਿਆ, ਹੀਬਰੋ, ਪਾਈਥਾਗੋਰਸ, ਕਬਾਲਾ, ਚੈਲਡਰੀਅਨ, ਜਿੱਦਾਂ ਕਿ ਚਾਈਨਾ 'ਚ ਚੱਲ ਰਹੀ ਹੈ, ਇਹ ਲੋਸੂਗੇਟ ਕਹਿੰਦੇ ਆ। ਤੇ ਇਹ ਜਿਹੜੇ ਵਿਦਿਆ ਹੈਗੀ 1 ਤੋਂ 9 ਨੰਬਰ ਹੁੰਦੇ ਆ। 1 ਸੂਰਜ, 2 ਚੰਦਰਮਾ, 3 ਬ੍ਰਹਿਸਪਤੀ, 4 ਰਾਹੂ, 5 ਬੁੱਧ, 6 ਸ਼ੁੱਕਰ, 7 ਕੇਤੂ, 8 ਸ਼ਨੀ ਤੇ 9। ਦਰਸ਼ਕਾਂ ਨੂੰ ਇਸ ਜੋਤਿਸ਼ ਵਿਦਿਆ ਦੇ ਬਾਰੇ, ਜਿਹੜੀ ਵੀ ਤੁਸੀਂ ਵਿਦਿਆ ਨੂੰ ਜਾਣਦੇ ਹੋ, ਡੂੰਘਾਈ ਨਾਲ ਦੱਸੋ, ਤਾਂ ਕਿ ਜਿਹੜੇ ਲੋਕ ਸਾਡੇ ਨਾਲ ਜੁੜਨਗੇ, ਜਾਂ ਇਹ ਸਾਡਾ ਪ੍ਰੋਗਰਾਮ ਦੇਖਣਗੇ, ਜਾਂ ਇਹ ਸਾਡੇ ਸੈਗਮੈਂਟ ਨੂੰ ਦੇਖਣਗੇ, ਉਹ ਤੁਹਾਡੇ ਵੱਲੋਂ ਸੁਣੀ ਜਾਣਕਾਰੀ ਲੈ ਕੇ ਆਪਣਾ ਕਿਤੇ ਨਾ ਕਿਤੇ ਕਿਸੇ ਮੁਸ਼ਕਲ ਦਾ ਸਮਾਧਾਨ ਵੀ ਕਰ ਸਕਦੇ ਆ। ਉਹ ਜ਼ਰੂਰ ਸਾਡੇ ਦਰਸ਼ਕ ਦੇਖੋ, ਇੱਕ ਬੜੀ ਸਿੰਪਲ ਜਿਹੀ ਗੱਲ ਹੈ ਜੀ, ਜੋਤਿਸ਼ ਇੱਕ ਇਨਵਿਜ਼ੀਬਲ ਚੀਜ਼ ਹੈ। ਕੋਈ ਵੀ ਬੰਦਾ ਉਹਨੂੰ ਵਿਜ਼ੂਅਲ ਨਹੀਂ ਕਰ ਸਕਦਾ। ਪਹਿਲੀ ਗੱਲ ਭਵਿੱਖਕ ਦ੍ਰਿਸ਼ ਹੈ, ਜਿੱਦਾਂ ਪਰਮਾਤਮਾ ਦ੍ਰਿਸ਼ ਹੈ। ਸਾਡੇ ਵਰਗੇ ਲੋਕਾਂ ਨੂੰ ਪਰਮਾਤਮਾ ਨੇ ਕਿੰਨਾ ਗਿਆਨ ਦਿੱਤਾ, ਕਿਉਂਕਿ ਜਿਹੜੀ ਵਿਦਿਆ ਕੋਈ ਵੀ ਚੀਜ਼ ਆ ਪਰਮਾਤਮਾ ਦੀ ਆ, ਉਹ ਆਪਣੇ ਆਪ 'ਚ ਸੰਪੂਰਨ ਹੈ। ਕੋਈ ਵੀ ਬੰਦਾ ਇਸ ਲਾਈਨ 'ਚ ਸੰਪੂਰਨ ਨਹੀਂ ਹੋ ਸਕਦਾ, ਕਿਉਂਕਿ ਖੁਦ ਪਰਮਾਤਮਾ ਈਸ਼ਵਰ ਹੀ ਮਤਲਬ ਕਿ ਇਹ ਸੰਪੂਰਨ ਹੈ। ਇਸ ਕਰਕੇ ਜਿਹੜਾ ਤੁਸੀਂ ਮੈਨੂੰ ਕੁਐਸਚਨ ਪੁੱਟ ਕਰ ਰਹੇ ਆ, ਉਹ ਸਭ ਤੋਂ ਵੱਡਾ ਸੌਖਾ ਇਹਦਾ ਕੀ ਹੈ। ਦੇਖੋ ਮੈਂ ਇੱਕ 11 ਨੰਬਰ ਨੰਬਰੋਲੋਜੀ ਵਧੀਆ ਨੰਬਰ ਨਹੀਂ ਮੰਨਿਆ ਜਾਂਦਾ, ਤੇ 11 ਨੰਬਰ ਜਿੱਦਾਂ ਕਹਿ ਲਓ ਕਿ ਮੇਰੇ ਖਿਆਲ ਨਾਲ ਅਮਿਤਾਭ ਬੱਚਨ ਜੀ ਵੀ ਇਹ ਨੰਬਰ 'ਚ ਜਨਮ ਲਿਆ ਉਹਨਾਂ ਨੇ। 11 ਨੰਬਰ ਨਹੀਂ ਵਧੀਆ ਹੋਣ ਕਰਕੇ ਦੇਖੋ ਇੱਕ ਪਾਸੇ ਉਹਨਾਂ ਦਾ ਜਿਹੜਾ ਨਾਮ ਹੈ ਅਮਿਤਾਭ ਬੱਚਨ ਹੈ, ਉਹ ਟੋਟਲ 7 ਨੰਬਰ ਬਣਦਾ। 2 ਜਿਹੜਾ ਨੰਬਰ ਦਾ 7 ਨੰਬਰ ਦਾ 2 ਕਹਿ ਲਓ ਕਿ ਜਨਮਦਾਤਾ ਹੁੰਦਾ, ਉਹਨਾਂ ਦਾ ਵਾਈਬ੍ਰੇਸ਼ਨ ਸਹੀ ਲੱਗ ਗਈ। ਪਹਿਲਾਂ ਅਮਿਤਾਭ 18 ਨੰਬਰ, ਉਸ ਤੋਂ ਬਾਅਦ ਫਿਰ 25 ਨੰਬਰ, ਮੇਰੇ ਖਿਆਲ ਨਾਲ ਮੇਰੇ 43 ਨੰਬਰ ਬਣਦੇ ਆ, ਤੇ ਜਿਹਦੇ ਕਰਕੇ ਉਹਨਾਂ ਨੇ ਰਾਈਜ਼ ਬਹੁਤ ਕੀਤਾ। ਪਰ 11 ਨੰਬਰ ਨੰਬਰੋਲੋਜੀ ਵਧੀਆ ਨਹੀਂ ਮੰਨਿਆ ਜਾਂਦਾ। ਨਹੀਂ ਯਕੀਨ ਹੈ ਕਿਸੇ ਦੇ 11 ਨੰਬਰ ਘਰ 'ਚ ਵੜ ਜਾਓ, ਜਾਂ 11 ਨੰਬਰ ਦਾ ਮੰਨ ਲਓ ਕੋਈ ਕਾਰ ਗੱਡੀ ਵੀ ਹੋਵੇ, ਜਾਂ 11 ਸੈਕਟਰ ਹੋਵੇ, ਕਿਤੇ ਵੀ 11 ਨੰਬਰ ਮਹੱਲਾ ਹੋਵੇ, ਕੁਛ ਵੀ ਹੋਵੇ, ਉੱਥੇ ਕਾਫੀ ਮਤਲਬ ਅਪ ਐਂਡ ਡਾਊਨਸ ਆਉਂਦੇ ਆ। ਕਿਉਂਕਿ ਤੁਸੀਂ ਮਤਲਬ ਇਹ ਮੈਂ ਕਿੱਦਾਂ ਪ੍ਰੂਵ ਕਰ ਸਕਦਾ, ਕਿਉਂਕਿ ਦੇਖੋ ਅਮਿਤਾਭ ਬੱਚਨ ਜੀ ਵੀ ਕਿਸੇ ਟਾਈਮ ਉਹਨਾਂ ਨੂੰ ਮਤਲਬ ਕਾਫੀ ਹੱਦ ਤੱਕ ਉਹਨਾਂ ਨੇ ਆਪਣਾ ਇੱਕ ਮਤਲਬ ਕਿ ਇੱਕ ਕੰਪਨੀ ਬਣਾਈ ਸੀਗੀ, ਇਹਦੀ
ਤੇ ਉਹਦੇ ਵਿੱਚ ਉਹਨਾਂ ਦਾ ਕੀ ਹੋਇਆ, ਉਹ APPL ਤੇ ਅਮਿਤਾਭ ਬੱਚਨ ਕਾਰਪੋਰੇਸ਼ਨ ਲਿਮਟਿਡ ਤੇ ਉਹ ਵੀ ਫੇਲ ਹੋ ਗਈ, ਕਿਉਂਕਿ ਉਹ 8 ਨੰਬਰ ਬਣਦੇ ਆ। 8 ਨੰਬਰ ਨਿਊਮਰੋਲੋਜੀ 'ਚ ਸਾਰਿਆਂ ਨੂੰ ਵਧੀਆ ਨਹੀਂ ਹੁੰਦੇ, ਜਿਹਨੂੰ ਵਧੀਆ ਹੋ ਜਾਣ ਉਹਨੂੰ ਚੱਕ ਦਿੰਦੇ ਆ, ਬਾਕੀਆਂ ਨੂੰ ਕਰ ਦਿੰਦੇ। ਉਹ ਦੋਨੇ ਲੱਛਣ ਹੈ, ਇੱਕ ਵਾਰ ਥੱਲੇ ਆ ਕੇ ਮਤਲਬ ਫਿਰ ਟੌਪ ਕੀਤਾ। ਇੱਦਾਂ ਬਹੁਤ ਐਗਜ਼ਾਮਪਲਾਂ ਹੈਗੀਆਂ ਕਿ ਜਿਹੜੀਆਂ ਮਤਲਬ ਮੈਂ ਦੇ ਸਕਦਾ। 26 ਨੰਬਰ ਜਿੱਦਾਂ ਨਿਊਮਰੋਲੋਜੀ ਬਹੁਤ ਵਧੀਆ ਨੰਬਰ ਨਹੀਂ ਮੰਨਿਆ ਜਾਂਦਾ। 26 ਨੰਬਰ ਨੂੰ ਆਲ ਓਵਰ ਜਿੰਨੀਆਂ ਵੀ ਟ੍ਰੈਜਡੀ ਹੋਈਆਂ 26 ਤਰੀਕ ਨੂੰ ਹੀ ਹੋਈਆਂ। 11 ਨੰਬਰ ਕਿਸੇ ਦਾ ਵੀ 11 ਤਰੀਕ ਨੂੰ ਬੋਰਨ ਹੁੰਦਾ, ਉਹ ਲਾਈਫ 'ਚ ਕਾਫੀ ਹੱਦ ਤੱਕ ਅਪਸੈਟ ਰਹਿੰਦਾ ਹੈ। ਬਹੁਤ ਵਧੀਆ ਪੰਡਿਤ ਜੀ ਤੁਸੀਂ ਸਾਨੂੰ ਦੱਸਿਆ। ਇੱਕ ਹੋਰ ਆਪਾਂ ਮੇਰੇ ਜਿਹਨ 'ਚ ਗੱਲ ਆਉਂਦੀ ਆ ਵੀ ਅੱਗੇ ਸਮਾਂ ਇਹ ਹੁੰਦਾ ਸੀਗਾ ਵੀ ਏਜ ਪਲੱਸ ਹੁੰਦੀ ਵੀ ਇੰਨੀ ਏਜ ਤੋਂ ਬਾਅਦ ਹੀ ਬੰਦੇ ਦਾ ਕੋਈ ਡੈਥ ਹੋਣੀ ਆ ਜਾਂ ਕਿਸੇ ਕਾਰਨ। ਅੱਜ ਦਾ ਜਿਹੜਾ ਸਮਾਂ ਹੈ, ਅੱਜ ਡੈਥ ਦਾ ਮੌਤ ਦਾ ਕੋਈ ਸਮਾਂ ਤੈਅ ਨਹੀਂ ਰਿਹਾ। ਕੀ ਇੱਥੇ ਗ੍ਰਹਿਾਂ ਦਾ ਪ੍ਰਭਾਵ ਆ ਜਾਂ ਕੋਈ ਵਿਅਕਤੀ ਇਹੋ ਜਿਹੀਆਂ ਪ੍ਰਵਰਤੀਆਂ ਜਿਹੜੀਆਂ ਧਰਤੀ 'ਤੇ ਆਈਆਂ ਜਿਹਦੇ ਨਾਲ ਇਹੋ ਜਿਹਾ ਜਿਹੜਾ ਪ੍ਰਵਾਹ ਚੱਲ ਰਿਹਾ, ਜਿਹਦੇ ਨਾਲ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਵੀ ਕਿਸ ਤਰ੍ਹਾਂ ਹੋ ਰਿਹਾ? ਕੀ ਇਹ 'ਤੇ ਨਛੱਤਰਾਂ ਦਾ ਪ੍ਰਭਾਵ? ਇਹ ਬਹੁਤ ਡੂੰਘਾ ਕੁਐਸਚਨ ਹੈ ਜੀ। ਦੇਖੋ ਜਿਹੜੇ ਗ੍ਰਹਿ ਸਾਡੇ ਰਿਸ਼ਤੇ ਨਾਤੇ ਆ, ਜੇ ਸੂਰਜ ਪਿਤਾ ਦਾ ਕਾਰਕ ਹੁੰਦਾ, ਚੰਦਰਮਾ ਮਾਤਾ ਦੇ ਕਾਰਕ ਹੁੰਦੇ, 5 ਮਾਵਾਂ ਹੁੰਦੀਆਂ ਸਾਡੀਆਂ। ਇੱਕ ਆਪਣੀ ਮਾਂ ਜਿਹਨੇ ਜਨਮ ਦਿੱਤਾ, ਗੁਰੂ ਦੀ ਪਤਨੀ ਦੂਜੀ, ਭਰਾ ਦੀ ਪਤਨੀ ਭਾਬੀ ਜਿਹਨੂੰ ਕਹਿੰਦੇ, ਦੋਸਤ ਦੀ ਪਤਨੀ ਚੌਥੀ, 5ਵੀਂ ਹੋ ਗਈ ਸੱਸ। ਹੁਣ 5 ਮਾਵਾਂ 'ਚੋਂ ਕਿਸੇ ਵੀ ਨਿਰਾਦਰ ਕੀਤਾ ਜਾਂਦਾ ਤਾਂ ਉਹ ਚੰਦਰਮਾ ਦਾ ਉਹਦੇ 'ਤੇ ਨੈਗੇਟਿਵ ਅਸਰ ਹੋ ਜਾਂਦਾ। ਚੰਦਰਮਾ ਸਾਡੀ ਧਰਤੀ ਦੇ ਬਹੁਤ ਹੀ ਨੇੜੇ ਦਾ ਪਲੈਨਟ ਹੈ ਅਤੇ ਸਾਡੇ ਅੰਦਰ 3/4 ਪਲੱਸ ਧਰਤੀ ਅਤੇ 3/4 ਵਾਟਰ ਹੈ, ਜਲ ਕਾਰਕ ਹੈ। ਤੇ ਸੁਨਾਮੀ ਵੀ ਤਾਂ ਹੀ ਪੂਰਨਮਾਸ਼ੀ ਨੂੰ ਕਾਫੀ ਹੱਦ ਤੱਕ ਹਲਚਲ ਪੈਦਾ ਹੋ ਜਾਂਦੀ ਸਮੁੰਦਰ 'ਚ। ਮੈਂ ਲੌਜਿਕ ਦੇ ਰਿਹਾ ਸਾਇੰਟੀਫਿਕਲੀ ਜੀ, ਬਿਲਕੁਲ ਇੱਦਾਂ ਨਹੀਂ ਹਵਾ 'ਚ ਨਹੀਂ ਗੱਲ ਕੋਈ ਵੀ ਕਰ ਰਿਹਾ। ਤੇ ਜਿਹੜੀ ਤੁਸੀਂ ਕੁਐਸਚਨ ਕੀਤਾ ਇਹ ਸਾਰੇ ਰਿਸ਼ਤੇ ਨਾਤੇ ਆ। ਜੀ ਜੀ। 3 ਹੋ ਗਿਆ ਬ੍ਰਹਿਸਪਤ ਗੁਰੂ ਦਾ, ਗੁਰੂ ਦੀ ਕੋਈ ਇੱਜ਼ਤ ਨਹੀਂ ਕਰ ਰਿਹਾ, ਟੀਚਰ ਪੜ੍ਹਾ ਰਿਹਾ ਉਹਨੂੰ ਕੁਛ ਨਹੀਂ। ਜੇ ਕੋਈ ਗਿਆਨ ਦੇਣਾ ਚਾਹੁੰਦਾ ਉਹਨੂੰ ਮਤਲਬ ਨਿਰਾਦਰ ਕੀਤਾ ਜਾਂਦਾ। 4 ਨੰਬਰ ਰਾਹੂ ਦਾ ਹੁੰਦਾ। 4 ਨੰਬਰ ਰਾਹੂ ਦਾ ਮੋਸਟਲੀ ਸਾਰੇ ਹੀ YouTube 'ਚ ਕਹਿੰਦੇ ਜੀ ਸਵੀਪਰ ਦਾ ਹੁੰਦਾ ਹੈ। ਇਹ ਤਾਂ ਮਤਲਬ ਸਵੀਪਰ ਬੰਦਾ ਨਹੀਂ ਹੁੰਦਾ। ਰਾਹੂ ਜਿਹੜੇ ਦੇਖੋ, ਰਾਹੂ ਦਾ ਜਿਹੜੀ ਸ਼੍ਰੇਣੀ ਆ ਉਹ ਗਰਦਨ ਤੋਂ ਉੱਪਰ ਹੈ। ਜੇ ਦਿਮਾਗ ਬੰਦੇ ਦਾ ਨਾ ਹੋਵੇ ਤਾਂ ਬੰਦਾ 0 ਹੈ। ਤੇ ਰਾਹੂ ਦੇ ਵੀ ਇੱਕ ਇੱਦਾਂ ਦੇ ਗ੍ਰਹਿ ਹੈ ਕਿ ਉਹਦੀ ਜੇ ਆਪਾਂ 4 ਨੰਬਰ ਨੂੰ ਸਹੀ ਪੋਜ਼ਿਟਿਵਿਟੀ ਲਿਆ ਜਾਵੇ ਤਾਂ ਬੰਦਾ ਵਿਦਵਾਨ ਬਣਦਾ, ਮਹਾਂਪੁਰਸ਼ ਬਣਦਾ, ਬਹੁਤ ਤਕੜਾ ਸਾਧੂ ਸੰਤ ਬਣ ਸਕਦਾ, ਔਰ ਬਣੇ ਵੀ ਹੈਗੇ ਆ। ਐਗਜ਼ਾਮਪਲਾਂ ਦੇਣਾ, ਸਾਡਾ ਜਿਹੜੀ ਵੀਡੀਓ ਦੀ ਕਲਿੱਪ ਬਹੁਤ ਲੰਬੀ ਹੋ ਜਾਣੀ। ਲੋਕੀ ਚਟਪਟਾ ਮਸਾਲਾ ਚਾਹੁੰਦੇ ਆ, 1 ਮਿੰਟ ਤੋਂ ਪਹਿਲਾਂ ਆਪਾਂ 2-3 ਮਿੰਟ ਦੇਖੀਏ ਸਾਡੇ ਮਤਲਬ ਦੀ ਕੀ ਗੱਲ ਹੈ। ਗਿਆਨ ਕੋਈ ਲੈਣਾ ਨਹੀਂ ਚਾਹੁੰਦਾ। ਜਿਹੜੀ ਤੁਸੀਂ ਕੁਐਸਚਨ ਦੀ ਗੱਲ ਕੀਤੀ ਹੈ, ਅੱਜ ਕੱਲ੍ਹ ਮੌਤਾਂ ਕਿਉਂ ਪਹਿਲਾਂ ਹੋ ਰਹੀਆਂ, ਉਹ ਸਭ ਤੋਂ ਵੱਡਾ ਕਾਰਨ ਪਰ ਰਿਸ਼ਤੇ ਨਾਤੇ ਭੁੱਲ ਚੁੱਕੇ ਆ। ਜਿਹੜੇ ਗ੍ਰਹਿ ਰਿਸ਼ੀ ਮੁਨੀਆਂ ਨੇ ਬਣਾਏ ਆ, ਦੇਵੀ ਦੇਵਤਿਆਂ ਦੀ ਇਹ ਬਾਣੀ ਆ, ਪਰਮਾਤਮਾ ਨੇ ਸਮਝ ਦਿੱਤੀ ਰਿਸ਼ੀ ਮੁਨੀਆਂ ਨੂੰ। ਉਹਨਾਂ 'ਚੋਂ ਮੈਂ ਨਹੀਂ ਕਹਿੰਦਾ ਮੈਂ ਵੀ ਰਿਸ਼ੀ ਮੁਨੀ ਆ, ਮੈਂ ਤਾਂ ਇੱਕ ਸੰਸਾਰਿਕ ਬੰਦਾ, ਮੈਂ ਉਹਨਾਂ ਨੂੰ ਫੋਲੋ ਕਰ ਰਿਹਾ। ਆਪਾਂ ਰਿਸ਼ਤੇ ਨਾਤੇ ਭਰਾ ਦੀ ਇੱਜ਼ਤ ਨਹੀਂ ਕਰ ਰਹੇ, ਭੈਣਾਂ ਦੀ ਇੱਜ਼ਤ ਨਹੀਂ ਕਰ ਰਹੇ। ਇਸਤਰੀ ਦੀ ਇੱਜ਼ਤ ਸ਼ੁੱਕਰ ਦਾ ਕਾਰਕ ਹੁੰਦਾ, ਇੱਦਾਂ ਹੀ ਮਤਲਬ ਮੰਗਲ ਭਰਾ ਦਾ ਕਾਰਕ ਹੁੰਦਾ। ਕਿਸੇ ਇੱਜ਼ਤ ਨਹੀਂ, ਸਾਰੇ ਗ੍ਰਹਿ ਖਰਾਬ ਹੋ ਗਏ। ਉਹਦੇ ਨਾਲ ਹੋਇਆ ਕੀ ਹੈ, ਸਾਡੀ ਮੈਂਟੈਲਿਟੀ ਗੰਦੀ ਹੋ ਗਈ, ਜਿਹਦੇ ਨਾਲ ਸਾਡਾ ਖਾਣ ਪੀਣ ਬਹੁਤ ਗੰਦਾ ਹੋ ਚੁੱਕਾ। ਕੈਮੀਕਲ ਵਗੈਰਾ ਸਾਨੂੰ ਮਾਰਕੀਟ 'ਚ ਮਿਲ ਰਹੇ ਆ। ਹੌਸਪੀਟਲ ਖੋਲ੍ਹ ਰਹੇ ਆ। 30-40 ਸਾਲ 50 ਸਾਲ ਪਹਿਲਾਂ ਇੱਥੇ 2-3 ਹੁਸ਼ਿਆਰਪੁਰ 'ਚ ਹੌਸਪੀਟਲ ਹੁੰਦੇ। ਮੈਂ ਹੁਸ਼ਿਆਰਪੁਰ ਦਾ ਵਸਨੀਕ ਹੈ, ਇੱਥੇ ਮੈਂ ਪੈਦਾ ਹੋਇਆ। ਤੇ ਬਿਮਾਰੀਆਂ ਘੱਟ ਸੀਗੀਆਂ। ਸ਼ੂਗਰ ਤਾਂ ਆਪਾਂ ਸੁਣੀ ਨਹੀਂ ਸੀਗੀ, BP ਕੀ ਹੁੰਦਾ। ਹੁਣ ਜੇ ਲੋ ਬੱਚੇ ਨੂੰ ਦੋ ਬੱਚੇ ਦੇ ਵਾਲ ਚਿੱਟੇ ਹੋ ਗਏ, ਸੱਜੀ ਅੱਖ ਦੀ ਖੱਬੀ ਅੱਖ ਦੀ ਲਾਈਟ ਘੱਟ ਗਈ ਹੈ, ਇਹ ਹੋ ਗਿਆ, ਪੇਟ ਦੁਖਦਾ। ਮੇਰਾ ਅੱਜ ਤੱਕ 50 ਸਾਲ ਦੀ ਉਮਰ ਸਰਵਾਈਕਲ ਹੋਈ ਹੈ, ਪਰ ਪੇਟ ਕਦੀ ਨਹੀਂ ਦਰਦ ਕੀਤਾ। ਬੱਚਿਆਂ ਦਾ ਮੇਰੇ ਤਾਂ ਪੇਟ ਦਰਦ, ਕਿਉਂਕਿ ਅਸੀਂ ਜਿਹੜਾ ਸਾਨੂੰ ਖਾਣਾ ਹੀ ਜ਼ਹਿਰ ਮਿਲ ਰਿਹਾ। ਹੁਣ ਇਹ ਚੀਜ਼ਾਂ ਵੱਲ ਧਿਆਨ ਦੇਣ ਦੀ ਯੋਗ ਹੈ। ਅੱਗੇ ਤੋਂ ਅੱਗੇ ਹੌਸਪੀਟਲ ਵਧਾਈ ਚੱਲਦੇ, ਕੋਈ ਫਾਇਦਾ ਨਹੀਂ। ਪਹਿਲਾਂ ਖਾਣ ਪੀਣ ਵਧੀਆ ਕਰੀਏ, ਰਿਸ਼ਤੇ ਨਾਤੇ ਵਧੀਆ ਨਿਭਾਉਂਗੇ ਤਾਂ ਹੀ ਸਾਡੀ ਮੈਂਟੈਲਿਟੀ ਵਧੀਆ ਰਹੂਗੇ, ਪੈਦਾਵਾਰ ਵਧੀ ਹੋਊਗੀ, ਉਹਦੇ ਨਾਲ ਮੌਤਾਂ ਵੀ ਘੱਟ ਹੋਣਗੀਆਂ। ਗ੍ਰਹਿ ਪਕਸ਼ੀਆਂ ਦੇ ਚੰਦਰਮਾ ਇਹਦੇ ਨਾਲ ਵਲੀ ਹੁੰਦਾ। ਚੰਦਰਮਾ ਦਾ ਜਾਪ ਕਰ ਸਕਦੇ। ਸ਼ਿਵ ਸ਼ਕਤੀ ਮੰਦਿਰ ਜਾਓ, ਉੱਥੇ ਓਮ ਆਇਮ ਕਲੀਮ ਸਮਾਏ ਨਮः ਦਾ ਚਾਵਲ ਕੱਚੀ ਲੱਸੀ ਚੜਾਉਂਦੇ ਹੋਏ ਤੁਸੀਂ ਮਤਲਬ ਇਸ ਮੰਤਰ ਦਾ ਜਾਪ ਕਰੋਗੇ, ਤੁਹਾਡੇ 'ਤੇ ਚੰਦਰਮਾ ਦੀ ਕਿਰਪਾ ਹੋਣੀ ਚਾਹੀਦੀ। ਚੰਦਰਮਾ ਮਨ ਦਾ ਕਾਰਕ ਹੁੰਦਾ, ਮਨ ਸਥਿਰ ਰਹੂਗਾ। ਅੱਜ ਕੱਲ੍ਹ ਮਨ ਨਹੀਂ ਸਥਿਰ ਹੈਗਾ। ਇਹ ਹੈ ਜੀ ਲੌਜਿਕ ਸਭ ਤੋਂ ਵੱਡਾ। ਪੰਡਿਤ ਜੀ ਤੁਹਾਡਾ, ਪੰਡਿਤ HK ਗਮੇਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਹੋਰ ਕੋਈ ਗੱਲ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਹੋ, ਜਿਹੜੀ ਅਸੀਂ ਇਸ ਗੁਫ਼ਤਗੂ ਦੇ ਦੌਰਾਨ ਨਹੀਂ ਪੁੱਛ ਸਕੇ, ਉਹ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ ਨੋਆ ਜੀ, ਤੁਸੀਂ ਮੈਨੂੰ ਪਹਿਲੀ ਵਾਰ ਮਤਲਬ ਆਪਣੇ ਮੰਚ 'ਤੇ ਲਿਆ ਰਹੇ ਆ, ਅਤੇ ਜੇ ਕਿਸੇ ਨੂੰ ਵੀ ਮੇਰੀਆਂ ਗੱਲਾਂ ਦਾ ਕੋਈ ਵਿਰੋਧ ਲੱਗਦਾ ਤੇ ਚੈਨਲ ਵਾਲਿਆਂ ਦਾ ਕੋਈ ਕਸੂਰ ਨਹੀਂ ਹੈਗਾ, ਅਤੇ ਤੁਸੀਂ ਉਹ ਗੱਲ ਦਾ ਸ਼ਿਕਵਾ ਕਰਨ ਦੇ ਬਿਲਕੁਲ ਹੱਕਦਾਰ ਹੈ। ਜੇ ਤੁਹਾਨੂੰ ਕੋਈ ਸੁਝਾਅ ਦੇਣ ਦੀ ਮਤਲਬ ਕਹਿ ਲਓ ਕਿ ਸੁਝਾਅ ਮੈਨੂੰ ਦੇਣਾ ਚਾਹੁੰਦੇ ਜਾਂ ਚੈਨਲ ਵਾਲਿਆਂ ਨੂੰ ਦੇਣੇ ਚਾਹੁੰਦੇ ਤਾਂ ਜ਼ਰੂਰ ਦਿਓ। ਪਹਿਲਾਂ ਮੇਰੀ ਇਹ, ਉਸ ਤੋਂ ਬਾਅਦ ਜੇ ਤੁਹਾਨੂੰ ਸਾਡੀਆਂ ਚੰਗੀਆਂ ਗੱਲਾਂ ਲੱਗੀਆਂ ਤਾਂ ਅੱਗੇ ਆਪਾਂ ਫੇਰ ਮਤਲਬ ਕਿ ਇਹ ਵੀ ਪ੍ਰੋਗਰਾਮ ਇੱਕ ਮਤਲਬ ਕਿ ਇਹ ਕਹਿ ਲਓ ਇੱਕ ਟੈਕਨੀਕਲੀ ਲੌਜਿਕਲੀ ਬੇਸ 'ਤੇ ਆਪਾਂ ਲੈ ਕੇ ਆਈਏ। ਕੋਈ ਵੀ ਬੰਦਾ ਸਾਡੇ ਨਾਲ ਜਿੱਥੇ ਆਪਾਂ ਲਾਈਵ ਹੁੰਦੇ ਆਪਾਂ ਦੱਸ ਵੀ ਸਕਦੇ ਆ, ਉੱਥੇ ਆ ਕੇ ਸਾਨੂੰ ਕੋਈ ਵੀ ਕੁਐਸਚਨ ਪੁੱਟ ਕਰ ਸਕਦੇ ਆ, ਅਤੇ ਅਸੀਂ ਉਹ ਲੌਜਿਕਲੀ ਸਾਇੰਟੀਫਿਕਲੀ ਇਸ ਵਿੱਦਿਆ ਨੂੰ ਜੇ
ਆਪਾਂ ਲੈ ਕੇ ਆਈਏ ਤਾਂ ਕਾਫੀ ਹੱਦ ਤੱਕ ਸਾਡੀ ਜ਼ਿੰਦਗੀ ਸੁਧਾਰ ਹੋ ਸਕਦਾ। ਉਹ ਸੁਧਾਰ ਕੀ ਹੈ? ਜੋਤਿਸ਼ ਦਾ ਅਸਲੀ ਮਤਲਬ ਹੈ, ਮੈਂ ਸਾਰਿਆਂ ਨੂੰ ਜਿਹੜਾ ਤੁਸੀਂ ਮੈਨੂੰ ਅਨੁਰੋਧ ਕਰਦਾ, ਜੋਤਿਸ਼ ਦਾ ਮਤਲਬ ਰਿਸ਼ਤੇ ਨਾਤੇ। ਜਦੋਂ ਸਾਡੇ 'ਚ ਪੋਜ਼ਿਟਿਵ ਮਤਲਬ ਜੋਤਿਸ਼ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਬੰਦੇ ਕਿੰਨੀ ਨੈਗੇਟਿਵਿਟੀ ਹੈ। ਜਿੱਦਾਂ ਮੈਂ ਪਹਿਲਾਂ ਸਟਾਰਟਿੰਗ 'ਚ ਕਿਹਾ ਕਿ ਬੰਦਾ ਪਿਛਲੇ ਜਨਮ 'ਚ ਬਜ਼ੁਰਗਾਂ ਦਾ ਇੰਨੀ ਮਤਲਬ ਨਿਰਾਦਰ ਕੀਤਾ, ਇਸ ਕਰਕੇ ਉਹਨੂੰ ਪਿੱਤਰ ਦੋਸ਼ ਲੱਗ ਗਿਆ। ਅਤੇ ਅਸੀਂ ਉਹਨੂੰ ਕਿੱਦਾਂ ਵਧੀਆ ਕਰਨਾ ਹੈਗਾ? ਪਿਤਾ ਦਾ, ਬਜ਼ੁਰਗਾਂ ਦਾ ਆਦਰ ਸਤਿਕਾਰ ਕਰੋ, ਉਹਨਾਂ ਦੀ ਸੇਵਾ ਕਰੋ, ਮਾਤਾ ਪਿਤਾ ਦਾ ਸਤਿਕਾਰ ਕਰੋ, ਕਿਉਂਕਿ ਸੂਰਜ ਪਿਤਾ ਹੁੰਦਾ ਅਤੇ ਰਾਜਾ ਹੁੰਦਾ, ਰਾਣੀ ਹੁੰਦੇ ਆ ਚੰਦਰਮਾ ਅਤੇ ਮਾਂ ਵੀ ਹੁੰਦੀ ਹੈ। ਜੇ ਦੋਨੇ ਗ੍ਰਹਿਵਾਂ ਦੇ ਹਿਸਾਬ ਨਾਲ ਮਤਲਬ ਦੋਨੇ ਮਾਤਾ ਪਿਤਾ ਦਾ ਸਤਿਕਾਰ ਕਰੋਗੇ, ਸੂਰਜ ਚੰਦਰਮਾ ਹੀ ਖਰੇ ਹੋ ਗਏ, ਪਿਤਾ ਅਤੇ ਮਾਤਾ ਪਲੱਸ ਰਾਜਾ ਅਤੇ ਰਾਣੀ ਚੰਗੇ ਹੋ ਗਏ, ਤਾਂ ਸਾਡੇ ਵਿੱਚ ਇੱਕ ਪੋਜ਼ੀਟਿਵ ਐਨਰਜੀ ਆਊਗੀ, ਡੋਮੀਨੇਸ਼ਨ ਪਾਵਰ ਵਧੂਗੀ, ਮਨ 'ਤੇ ਕੰਟਰੋਲ ਰਹੂਗਾ, ਜਿਹਦੇ ਕਰਕੇ ਆਪਾਂ ਪੋਜ਼ੀਟਿਵ ਐਨਰਜੀ ਦੇ ਮਾਲਕ ਹੋ ਕੇ ਸੈਲਫ ਕੌਨਫੀਡੈਂਸ ਮਿਲੂਗਾ, ਜਿਹਦੇ ਨਾਲ ਆਪਾਂ ਕਿਹੜਾ ਕੋ ਸਮਾਜ ਕੁਰੀਤੀਆਂ ਜਿਹੜੀਆਂ ਹੋ ਰਹੀਆਂ ਉਹ ਘਟੂਗੀਆਂ, ਸਾਡੀ ਪੋਜ਼ੀਟਿਵ ਐਨਰਜੀ ਦੇ ਮਾਲਕ ਬਣੂਗੇ ਅਤੇ ਅਸੀਂ ਬਹੁਤ ਜ਼ਿਆਦਾ ਤਰੱਕੀ ਕਰੀਏ ਨਾ ਕਰੀਏ। ਤਰੱਕੀ ਸਾਰੇ ਕੀ ਕਹਿੰਦੇ? ਪੈਸਾ ਆ ਜਾਵੇ, ਮੇਰੇ ਕੋਲ 10 ਲੱਖ ਦੀ ਗੱਡੀ ਹੋਵੇ, ਕਾਰ ਹੋਵੇ, ਕੋਠੀ ਹੋਵੇ, ਉਹ ਹੋਵੇ ਨਾ ਹੋਵੇ, ਪਰ ਸਾਡੇ ਸੈਟਿਸਫੈਕਸ਼ਨ ਹੋ ਜਾਣੀ, ਸੰਤੁਸ਼ਟੀ ਹੋ ਜਾਣੀ, ਜਿਹਨੂੰ ਕਿ ਮਾਂ ਲਕਸ਼ਮੀ ਦਾ ਰੂਪ ਮੰਨਿਆ ਗਿਆ। ਸਾਰਿਆਂ ਨੇ ਕਹਿ ਦਿੱਤਾ ਮਾਂ ਲਕਸ਼ਮੀ ਹੀ ਪੈਸਾ ਹੁੰਦਾ, ਜਦ ਕਿ ਅੰਜਨੋਆ ਜੀ ਮਾਂ ਲਕਸ਼ਮੀ ਪੈਸੇ ਦੀ ਦੇਵੀ ਹੈ ਨਹੀਂ। 200-250 ਸਾਲ ਪਹਿਲਾਂ ਪੈਸਾ ਨਹੀਂ ਹੁੰਦਾ। ਤੁਸੀਂ ਪੜ੍ਹੇ ਲਿਖੇ ਪੱਤਰਕਾਰ ਹੈ, ਪਹਿਲਾਂ ਚੀਜ਼ਾਂ ਦਾ ਆਦਾਨ ਪ੍ਰਦਾਨ ਹੁੰਦਾ ਸੀਗਾ। ਪੈਸੇ ਇਹ ਜਿਹੜੇ ਵਿਸ਼ਨੂੰ ਜੀ ਦੇ ਘਰੋਂ ਹੈ ਲਕਸ਼ਮੀ ਮਾਤਾ, ਤਾਂ ਹੀ ਔਰਤ ਨੂੰ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ, ਕਿਉਂਕਿ ਦਾਇਰੇ ਸੰਤੋਸ਼ ਦੀ ਦੇਵੀ, ਜਿਹਦੇ ਦਾਇਰੇ ਸੰਤੋਸ਼ ਉਹਦੇ 'ਤੇ ਮਾਂ ਲਕਸ਼ਮੀ ਦੀ ਕਿਰਪਾ ਹੋਣੀ, ਜਿਹਨੂੰ ਆਪਾਂ ਸ਼੍ਰੀ ਯੰਤਰ ਵੀ ਕਹਿੰਦੇ ਆ, ਬ੍ਰਹਿਮੰਡ ਦਾ ਹੈ। ਇਹਦੇ ਸਹੀ ਅਰਥਾਂ ਨੂੰ ਪੜ੍ਹੋ ਅਤੇ ਸੁਣੋ ਅਤੇ ਸਾਨੂੰ ਮਤਲਬ ਵੱਡੇ ਤੋਂ ਵੱਡੇ ਸੁਝਾਅ ਦਿਓ। ਮੈਂ ਤਾਂ ਜਿੰਨਾ ਕੁਝ ਕਹਿ ਸਕਦਾ ਜੀ ਕਹਿ ਦਿੱਤਾ। ਪੰਡਿਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਲਾਸਟ ਦੇ ਵਿੱਚ ਕੋਈ ਇਹੋ ਜਿਹਾ ਮੰਤਰ ਉਚਾਰਨ ਜਿਹਦੇ ਨਾਲ ਸਾਡੇ ਦਰਸ਼ਕ ਕੋਈ ਸਾਡਾ ਪ੍ਰੋਗਰਾਮ ਦੇਖਣ, ਜਿਹਦੇ ਨਾਲ ਉਹਨਾਂ ਨੂੰ ਲੱਗੇ ਵੀ ਅਸੀਂ ਮੰਤਰ ਉਚਾਰਨਾ ਆਪਣੀ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਕੋਈ ਰਿੱਧੀ ਸਿੱਧੀ ਤਾਂ ਨਹੀਂ ਪਾਉਣੀ, ਪਰ ਉਹਨਾਂ ਦੀ ਥੋੜ੍ਹੀ ਮੈਂਟਲੀ ਰਿਲੈਕਸੇਸ਼ਨ ਹੋ ਜੇ, ਕੋਈ ਇਹੋ ਜਿਹਾ, ਕਿਉਂਕਿ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਕੋਈ ਕਮਰਸ਼ੀਅਲ ਨਹੀਂ ਗੱਲ ਕਰਦੇ, ਅਸੀਂ ਸਿਰਫ ਅਤੇ ਸਿਰਫ ਇਹ ਗੱਲ ਕਰਦੇ ਹਾਂ ਵੀ ਲੋਕਾਂ ਦੀ ਗੱਲ ਕਰਦੇ ਹਾਂ, ਆਵਾਮ ਦੀ। ਕਿਉਂਕਿ ਮੈਂ ਜਿਵੇਂ ਸ਼ੁਰੂ 'ਚ ਇੰਟਰੋ ਗੱਲ ਕੀਤੀ ਸੀ ਵੀ ਬਹੁਤ ਸਾਰੇ ਲੋਕ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਆ, ਕੋਈ ਘਰੇਲੂ ਕਲੇਸ਼ ਕਾਰਨ, ਕੋਈ ਇਹੋ ਜਿਹਾ ਲੋਕ ਜਿਹੜੇ ਬਹੁਤ ਸਾਰੇ ਪੰਡਤ ਹੈ ਜਾਂ ਹੋਰ ਉਹ ਗਲਤ ਦਿਸ਼ਾ ਦੇ ਵਿੱਚ ਜਾਂਦੇ ਆ, ਉਹਨਾਂ ਨੂੰ ਬਹੁਤ ਪੈਸੇ ਦੀ ਲੁੱਟ-ਪਾਟ ਕਰਦੇ ਆ, ਬੜਾ ਕੁਛ ਖਰਾਬ ਕਰਦੇ ਆ ਉਹਨਾਂ ਦੇ ਬਚਾਅ ਲਈ ਕੋਈ ਇਹੋ ਜਿਹਾ ਮੰਤਰ ਜਿਹੜਾ ਲੋਕ ਕਰਕੇ ਆਪਣਾ ਥੋੜ੍ਹਾ ਜਿਹਾ ਆਪਣਾ ਜਿਹੜਾ ਲਾਈਫ ਨੂੰ ਸੁਧਾਰ ਸਕਣ ਜਾਂ ਲਾਈਫ ਨੂੰ ਈਜੀ ਬਣਾ ਸਕਣ। ਦੇਖੋ, ਮੈਂ ਹਿੰਦੂ ਧਰਮ ਨੂੰ ਬਿਲੋਂਗ ਕਰਦਾ, ਧਰਮ ਸਾਡੇ ਲੋਕਾਂ ਨੇ ਹੀ ਬਣਾਏ ਹੈ। ਅਤੇ ਇਸ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਅਰਜ਼ ਕਰਦਾ, ਸਾਰਿਆਂ ਦਾ ਅਨੁਰੋਧ ਕਰਦਾ, ਬੇਨਤੀ ਕਰਦਾ ਕਿ ਪਹਿਲਾਂ ਇਨਸਾਨ ਬਣੋ। ਇਨਸਾਨ ਬਣਨ ਤੋਂ ਬਾਅਦ ਜੋ ਇਨਸਾਨ ਬਣ ਗਿਆ ਉਹ ਬਣਨਾ ਕਿੱਦਾਂ? ਜਿੱਦਾਂ ਕਿ ਤੁਸੀਂ ਮੈਨੂੰ ਕਿਹਾ ਮੰਤਰ ਕਿਹੜਾ ਕਰਨਾ। ਜਿਹੜਾ ਕੋਈ ਵੀ ਕਿਸੇ ਵੀ ਧਰਮ ਨੂੰ ਮੰਨਦਾ, ਕੋਈ ਯਿਸੂ ਨੂੰ ਮੰਨਦਾ, ਕੋਈ ਅੱਲਾ ਨੂੰ ਮੰਨਦਾ, ਕੋਈ ਵਾਹਿਗੁਰੂ ਜੀ ਨੂੰ ਮੰਨਦਾ, ਮੈਂ ਖੁਦ ਮੂਲ ਮੰਤਰ ਜਾਪ ਕਰਦਾ ਹੈ, ਸ਼ਿਵ ਸ਼ਕਤੀ ਦਾ ਸਾਧਕ ਹੈ। ਮੈਂ ਸਵੇਰੇ ਉੱਠ ਕੇ ਕੀ ਕਰਦਾ? ਸਵੇਰੇ ਉੱਠ ਕੇ ਮੈਂ ਆਪਣੇ ਬੈੱਡ 'ਤੇ ਹੀ ਆਪਣੇ ਗੋਡਿਆਂ ਦੇ ਭਾਰ ਆ ਕੇ ਆਪਣੇ ਹੱਥ ਦੇਖਦਾ ਅਤੇ ਜਿਹਨੂੰ ਮੈਂ ਮੰਨਦਾ ਹੈਗਾ ਉਹਨਾਂ ਦਾ ਸਤਿਕਾਰ ਨਾ ਕਰਕੇ ਤਾਂ 3 ਵਾਰ ਇੱਦਾਂ ਕਰਦਾ। ਜਿਹਨੂੰ ਵੀ ਤੁਸੀਂ ਮੰਨਦੇ ਇੱਦਾਂ ਸੱਚੇ ਮਨ ਨਾਲ ਕਰਨਾ ਕਿ ਪ੍ਰਮਾਤਮਾ ਮੈਨੂੰ ਉੱਠਣ ਦਾ ਮੌਕਾ ਦਿੱਤਾ, ਕਿ ਮੈਂ ਚੰਗੇ ਕਰਮ ਕਰਾਂ, ਚੰਗੀ ਸੋਚ ਦਾ ਮਾਲਕ ਹਾਂ, ਦਾਇਰੇ ਸੰਤੋਸ਼ ਹੈ, ਲੋਭ ਲਾਲਚ, 5 ਵਿਕਾਰ ਹੈ ਜਿਹੜੇ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਇਹਨਾਂ ਨੂੰ ਮੈਂ ਪ੍ਰੋਪਰ ਯੂਟੀਲਾਈਜ਼ ਕਰਾਂ, ਨਾ ਕਿ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂ। ਕਿਉਂਕਿ ਖਤਮ ਕਰੂੰਗੇ ਤਾਂ ਸ੍ਰਿਸ਼ਟੀ ਦਾ ਮਤਲਬ ਕਹਿ ਲਓ ਕਿ ਸ੍ਰਿਸ਼ਟੀ ਨੂੰ ਚੈਲੰਜ ਕਰਨ ਵਾਲੀ ਗੱਲ ਹੈ। ਅੱਤ ਖੁਦਾ ਦਾ ਬੈਰ। ਚੰਗੇ ਬਣੂਗੇ, ਰੱਬ ਤੋਂ ਵੱਡਾ ਕੋਈ ਚੰਗਾ ਨਹੀਂ, ਮਾੜਾ ਬਣੂਗੇ ਅਤੇ ਰੱਬ ਤੋਂ ਵੱਡਾ ਵੀ ਮਤਲਬ ਕਹਿ ਲਓ ਕੋ ਮਤਲਬ ਬਾਬਰ ਵਰਗੇ ਨਹੀਂ ਇੱਥੇ ਟਿਕਣ ਦਿੱਤੇ ਪ੍ਰਮਾਤਮਾ ਨੇ। ਅਤੇ ਇਸ ਕਰਕੇ ਹੱਥ ਜਿਹਨੂੰ ਮੰਨਦੇ ਆ ਉਹਦਾ ਸਤਿਕਾਰ ਪਾਉਣਾ। ਤੁਸੀਂ ਨਾਮਦਾਨ ਲਿਆ ਨਹੀਂ ਲਿਆ, ਜਿਹਦੇ 'ਚ ਤੁਹਾਡੀ ਸ਼ਰਧਾ, ਇੱਦਾਂ ਕਰਕੇ 3 ਵਾਰ ਕਰਕੇ ਇਹ ਅਰਦਾਸ ਕਰਨੀ ਆ, ਸਾਰਾ ਜਗਤ ਭਲਾ ਹੋਵੇ। ਦੇਖੋ, ਮਹੀਨੇ 2 ਮਹੀਨੇ ਤੁਹਾਡੀਆਂ ਕਾਫੀ ਪ੍ਰੋਬਲਮਾਂ ਸੋਲਵ ਹੋਣੀਆਂ ਸ਼ੁਰੂ ਹੋ ਜਾਣਗੀਆਂ। ਮੈਂ ਤਾਂ ਇਹੀ ਕਹਿੰਦਾ, ਓਮ ਸ਼ਿਵ ਸ਼ਕਤੀ ਨਮਨੋ। ਮੇਰੇ ਤਾਂ ਸ਼ਿਵ ਸ਼ਕਤੀ ਦਾ ਰਾਧਾ, ਕੋਈ ਵਿਸ਼ਨੂੰ ਨਹੀਂ ਮੰਨਦਾ, ਕੋਈ ਰਾਮ ਜੀ ਨੂੰ ਮੰਨਦਾ ਜਾਂ ਕੋਈ ਅੱਲਾ ਨੂੰ ਮੰਨਦਾ, ਇਸ ਤਰ੍ਹਾਂ ਹੀ ਕਰੋ। ਬਹੁਤ ਬਹੁਤ ਧੰਨਵਾਦ ਪੰਡਿਤ ਐਚ.ਕੇ. ਗਮੇਰ ਜੀ। ਨਛੱਤਰਾਂ ਦੀ ਗੱਲ ਕੀਤੀ ਆ, ਗ੍ਰਹਿਾਂ ਦੀ ਗੱਲ ਕੀਤੀ ਆ, ਦੇਵੀ ਦੇਵਤਿਆਂ ਦੀ ਗੱਲ ਕੀਤੀ ਆ, ਔਰ ਕਿਸ ਤਰ੍ਹਾਂ ਉਹਨਾਂ ਦੀ ਪੂਜਾ ਅਰਚਨਾ ਕੀਤੀ ਆ ਉਹ ਦੱਸਿਆ। ਅਤੇ ਨਾਲ ਦੀ ਨਾਲ ਲਾਸਟ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ, ਸਾਡੇ ਦਰਸ਼ਕ ਵੀ ਭਲੀ ਭਾਂਤ ਸਮਝ ਸਕਣਗੇ, ਕਿਉਂਕਿ ਬਹੁਤ ਸਾਰੇ ਲੋਕ ਆਪਣੇ ਤਰੀਕੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ। ਇਹਨਾਂ ਨੇ ਬਹੁਤ ਸਰਬ ਸਾਂਝੇ ਤਰੀਕੇ ਨਾਲ ਦੱਸਿਆ ਵੀ ਜਿਹੜਾ ਵੀ ਵਿਅਕਤੀ ਜਿਸ ਵੀ ਧਰਮ ਨੂੰ ਮੰਨਦਾ ਆ, ਉਸੇ ਧਰਮ ਦੀ ਉੱਠ ਕੇ ਸਵੇਰ ਨੂੰ ਉਸ ਮਹਾਂਪੁਰਸ਼ ਦਾ, ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਂ ਲੈ ਕੇ ਅਰਦਾਸ ਬੇਨਤੀ ਕਰਕੇ ਆਪਣੇ ਸਮਾਜ ਦੇ ਵਿੱਚ ਆਪਣੇ ਕੰਮਾਂ ਨੂੰ ਜਾਵੇ। ਇਹ ਤਾਂ ਬਹੁਤ ਵੱਡਾ ਮੰਤਰ ਉਚਾਰਨਾ। ਸੋ ਅਸੀਂ ਕੋਸ਼ਿਸ਼ ਕਰਾਂਗੇ ਪੰਡਿਤ ਜੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਲਿਵਿੰਗ ਇੰਡੀਆ ਨਿਊਜ਼ ਦੇ ਰਾਹੀਂ ਲੋਕਾਂ ਤੱਕ, ਆਵਾਮ ਤੱਕ ਪਹੁੰਚਾਈਏ। ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹਾ।